प्रथम भगवती सिमर कै गुरु नानक लई ध्याए। फिर अंगद गुर ते अमरदास रामदासै होई सहाय। अर्जन हर गोबिंद नो सिमरो श्री हर राय। श्री हर कृष्ण ध्याइयै जिस डिठे सब दुख जाए। तेग बहादुर सिमरै घर नौ निध आवै धाए। सब थाई होए सहाय। तेग बहादुर सिमरै घर नौ निध आवै धाए। सब थाई होए सहाय। मन चाओ पया प्रभ आगम सुनया। हर मंगल गाओ सखी गृह मंदिर बनया। सुकोटल गुर सेविया अहनस सहज सुभाय। दर्शन परसिया गुरु के जन्म मरण दुख जाए। होवै सिफत संबंधी नूर अरसों कुरसों चटिया। तुद डिठे सच्चे पातशाह मल जन्म जन्म कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। श्लोक चरण कमल बिरहं खोजंत बैरागी दै दिशा। त्यागंत कपट रूप माया नानक आनंद रूप साध संग मह। मन साई मुख उचरा वता हबेलो। नानक हब अडंबर कूड़िया सुन जीवा सच्ची सोए। चरण कमल बिरहं खोजंत बैरागी दै दिशा। वाहिगुरु जी का खालसा वाहिगुरु जी की फतेह। वालिए कुल आलम सरवरे कायनात दीन दुनिया दे मालक गुरु ग्रंथ साहिब पातशाह जियां दी पावन पवित्र हजूरी अंदर सुभायमान हो रही गुरु की संगत सतगुरां ने वड्डे भाग अज बख्शिश कीते। साहिब गुरु तेग बहादुर महाराज जियां दा अज प्रकाश दिहाड़ा जो है वो प्राप्त हो रहा। उहदे नाल श्रोमणी भगत भगत धना जी ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ।
ਪਰਮਾਤਮਾ ਜੀ ਪ੍ਰਤੱਖ ਹੋ ਕੇ, ਪ੍ਰਗਟ ਹੋ ਕੇ, ਸਾਖਸ਼ਾਤ ਹੋ ਕੇ ਭਗਤ ਧੰਨਾ ਜੀਆਂ ਨੂੰ ਮਿਲੇ, ਪ੍ਰਾਪਤ ਹੋਏ। ਇਸ ਗੱਲ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਦਿੱਤੀ ਹੈ। ਮਿਲੇ ਪ੍ਰਤੱਖ ਗੁਸਾਈਆਂ, ਪ੍ਰਗਟ ਹੋ ਗਏ। ਗੁਸਾਈ ਕਹੀਏ ਮਾਲਕ ਮਿਲਿਆ ਹੈ। ਧੰਨਾ ਵੱਡ ਭਾਗਾ, ਭਗਤ ਧੰਨਾ ਜੀ ਵੱਡਿਆਂ ਭਾਗਾਂ ਵਾਲੇ। ਇਹ ਅੱਜ ਦਾ ਮੁਬਾਰਕ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। ਸ਼ਾਮ ਵੇਲੇ ਦੀਵਾਨ ਵੀ ਸਜਣਗੇ ਔਰ ਆਪਾਂ ਮਹਾਰਾਜ ਦੀ ਜੀਵਨੀ ਤੇ ਭਗਤਾਂ ਦੇ ਜੀਵਨ ਦੀ ਵਿਚਾਰ ਵੀ ਸਰਵਨ ਕਰਾਂਗੇ। ਗੁਰੂ ਕਿਰਪਾ ਕਰੇ ਇਸ ਵੇਲੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰਕੇ ਆਪਣੇ ਜੀਵਨ ਨੂੰ, ਜਨਮ ਨੂੰ ਅੰਮ੍ਰਿਤਮਈ ਬਣਾਈਏ, ਸਫਲਾ ਕਰੀਏ। ਸਰੀਰ ਕਰਕੇ ਬੈਠੇ ਹਾਂ, ਗੁਰੂ ਦਰਬਾਰ ਵਿੱਚ ਮਨ ਕਰਕੇ ਵੀ ਬੈਠੀਏ ਔਰ ਨਿਸ਼ਾਲ ਹੋ ਕੇ, ਨਿਸ਼ਕਪਟ ਹੋ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਚਰਨ ਕਮਲ ਬਿਰਹੰ ਖੋਜੰਤ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ 7ਵਾਂ ਸ਼ਲੋਕ ਸਾਨੂੰ ਇਸ ਬਾਣੀ ਅੰਦਰ ਬਖਸ਼ਿਸ਼ ਕਰਦੇ। ਸੋ ਗੁਰਮੁਖੋ ਇਸ ਵਾਰ ਦੇ 20 ਸ਼ਲੋਕ ਮਹਾਰਾਜ ਨੇ ਬਖਸ਼ੇ ਨੇ। 20 ਵਿੱਚੋਂ 6 ਸ਼ਲੋਕ ਆਪਾਂ ਸਰਵਨ ਕਰ ਲਏ ਨੇ। ਅੱਜ 7ਵੇਂ ਦੀ ਪ੍ਰਰੰਭਤਾ ਹੈ। ਜੈਤਸਰੀ ਦੀ ਵਾਰ ਦੀ ਇਹ ਕਥਾ ਚੱਲ ਰਹੀ ਹੈ, ਜਿਹਦੇ ਵਿੱਚ ਵਾਰਾਂ ਦਾ ਮੱਧ ਲੱਗਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਮੱਧ ਲੱਗਿਆ ਹੈ। ਰੋ ਵਿਚਾਰ ਮਹਾਰਾਜ ਬਖਸ਼ਿਸ਼ ਕਰਦੇ ਚਰਨ ਕਮਲ ਬਿਰਹੰ। ਜਿਹੜਾ ਚਰਨਾਂ ਕਮਲਾਂ ਦਾ ਪ੍ਰੇਮੀ ਹੈ, ਜਿਹਨੂੰ ਪ੍ਰੇਮ ਲੱਗ ਗਿਆ ਗੁਰੂ ਦੇ ਚਰਨਾਂ ਦਾ, ਤੇ ਜਿਹਨੂੰ ਪ੍ਰੇਮ ਲੱਗਾ ਹੈ ਨਾ, ਮਹਾਰਾਜ ਕਹਿਣ ਲੱਗੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾ। ਜਿਹਨੂੰ ਪ੍ਰੇਮ ਲੱਗਾ ਪਰਮਾਤਮਾ ਮਿਲਣਾ ਵੀ ਉਹਨੂੰ ਹੀ ਹੈ, ਪਾਉਣਾ ਵੀ ਉਹਨੇ ਹੀ ਹੈ। ਜਿੰਨਾ ਚਿਰ ਪ੍ਰੇਮ ਨਹੀਂ ਲੱਗਾ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਜੇ ਪ੍ਰੇਮ ਹੈ ਤੇ ਅਸੀਂ ਭੱਜੇ ਆਉਂਦੇ ਹਾਂ ਗੁਰੂ ਦਰਬਾਰ ਨੂੰ। ਕਥਾ ਦਾ ਟਾਈਮ ਹੋ ਗਿਆ, ਕੀਰਤਨ ਦਾ ਸਮਾਂ ਹੋ ਗਿਆ, ਗੁਰਬਾਣੀ ਦੇ ਪਾਠ ਦਾ ਸਮਾਂ ਹੋ ਗਿਆ, ਦੌੜ ਪਏ, ਭੱਜ ਕੇ ਆ ਗਏ। ਇਹ ਪ੍ਰੇਮ ਹੈ। ਜੇ ਪ੍ਰੇਮ ਬਣਿਆ ਰਹੇਗਾ ਪ੍ਰਾਪਤੀ ਵੀ ਹੋ ਜਾਏਗੀ। ਜੇ ਬੱਧਾ ਚੱਟੀ ਭਰਦੇ ਆਏ, ਮਨ ਕਰਦਾ ਕਦੇ ਨਹੀਂ ਕਰਦਾ, ਕਦੇ ਕਿਸੇ ਗੱਲ ਤੋਂ ਦੁਖੀ ਹੈ, ਕਦੇ ਕਿਸੇ ਗੱਲ ਤੋਂ ਦੁਖੀ ਹੈ, ਫਿਰ ਪ੍ਰੇਮ ਨਹੀਂ ਹੈ। ਮਹਾਰਾਜ ਕਹਿਣ ਲੱਗੇ ਚਰਨ ਕਮਲ ਬਿਰਹੰ। ਜਿਸ ਨੂੰ ਪ੍ਰਮਾਤਮਾ ਦੇ ਚਰਨਾਂ ਕਮਲਾਂ ਦਾ ਬਿਰਹੰ ਕਹੀਏ, ਪ੍ਰੇਮ ਬਣਿਆ ਹੈ, ਜਿਹੜਾ ਪ੍ਰੇਮੀ ਬਣਿਆ, ਜਿਹਦੇ ਮਨ ਵਿੱਚ ਲਾਲਸਾ ਪ੍ਰੇਮ ਦੀ ਜਾਗੀ ਹੈ। ਖੋਜੰਤ ਬੈਰਾਗੀ ਦਾ ਦਿਸਾ। ਫਿਰ ਗੁਰਮੁਖ ਵੈਰਾਗਵਾਨ ਹੋ ਕੇ, ਦੁਨੀਆ ਵੱਲੋਂ ਉਪਰਾਮ ਹੋ ਕੇ, ਦੁਨੀਆ ਦੇ ਸੁੱਖਾਂ ਤੋਂ ਪਰੇ ਹੋ ਕੇ, ਦੁਨੀਆ ਵਿੱਚ ਧਨ ਦੌਲਤ ਦੀ ਲਾਲਸਾ ਤੋਂ ਪਰੇ ਹੋ ਕੇ ਰੱਬ ਨੂੰ ਲੱਭਦਾ ਫਿਰਦਾ ਹੈ। ਪਰ ਰੱਬ ਨੂੰ ਲੱਭਦਾ ਉਹ ਪਿਆ ਜਿਹਨੂੰ ਪ੍ਰੇਮ ਲੱਗਾ ਹੈ, ਤੇ ਫਿਰ ਬੈਰਾਗੀ ਹੋ ਜਾਂਦਾ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਧਨ ਸੋ ਤੇਰਾ ਥਾਨ। ਗੁਰਬਾਣੀ ਦਾ ਬਚਨ ਹੈ ਕਿ ਉਹ ਜਿਹੜਾ ਗੁਰਮੁਖ ਹੈ ਨਾ, ਉਸ ਨੂੰ ਦਰਸ਼ਨ ਦੇਖਣ ਦਾ ਚਾਅ ਪੈਦਾ ਹੋ ਗਿਆ ਤੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ। ਬਚਨ ਆਪਾਂ ਪੜ੍ਹਦੇ ਹਾਂ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਾਹੋਂ ਬਕੋ ਸੁਭ ਰਸਨਾ, ਦੀਜੈ ਪ੍ਰਾਨ ਕੋਰ। ਮੈਂ ਤੇ ਜਾਨ ਵੀ ਆਪਣੀ ਕੱਢ ਕੇ ਰੱਖ ਦੇਵਾਂ, ਇੰਨਾ ਪ੍ਰੇਮ ਹੈ ਮੇਰੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ। ਮੈਨੂੰ ਕੋ ਉਹਦੀ ਪ੍ਰਾਪਤੀ ਕਰਵਾ ਦੇਵੇ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜਿਉ ਤ੍ਰਿਖਾ ਬੰਤ ਬਿਨ ਨੀਰ। ਜਿਵੇਂ ਪਾਣੀ ਤੋਂ ਬਿਨਾ ਪਿਆਸਾ ਤੜਫਦਾ ਹੈ,
ਮੈਂ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਤੜਫਦਾ ਪਿਆ। ਸਤਿਗੁਰਾਂ ਦਾ ਸੇਵਕ ਬਣਿਆ, ਸ਼ਿਵ ਨਾਮ ਰਾਜਾ, ਸੰਗਲਾ ਦੀਪ ਦੇ ਰਹਿਣ ਵਾਲਾ। ਸਾਖੀ ਪ੍ਰਸੰਗ ਬੜਾ ਲੰਮਾ ਹੈ। ਕਹਿਣ ਲੱਗੇ ਐਸਾ ਪ੍ਰੇਮ ਪੈਦਾ ਹੋਇਆ, ਸਤਿਗੁਰਾਂ ਦੀ ਪਰਖ ਰੱਖ ਬੈਠਾ। ਤੇ ਜਦੋਂ ਪਰਖ ਵਿੱਚ ਮਹਾਰਾਜ ਪੂਰੇ ਉਤਰੇ ਨਾ, ਤੇ ਸਤਿਗੁਰਾਂ ਦੇ ਦਰਸ਼ਨ ਬੜੀ ਪਿਆਸਾ ਦੇ ਨਾਲ ਕਰਨ ਵਾਸਤੇ ਆਇਆ। ਤੇ ਸਤਿਗੁਰਾਂ ਨੇ ਥੋੜ੍ਹੇ ਜਿਹੇ ਦਰਸ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਦਿੱਤੇ ਤੇ ਆਪ ਆਲੋਪ ਹੋ ਗਏ, ਪਾਸੇ ਚਲੇ ਗਏ। ਰਾਜਾ ਪ੍ਰੇਮ ਦੇ ਵਿੱਚ, ਸ਼ਰਧਾ ਦੇ ਵਿੱਚ ਐਸਾ ਮਸਤ ਹੋਇਆ, ਰੁੱਖਾਂ ਨੂੰ, ਸਫੈਦਿਆਂ ਨੂੰ, ਟਾਹਲੀਆਂ ਨੂੰ, ਕਿੱਕਰਾਂ ਨੂੰ ਪੁੱਛਦਾ ਪਿਆ, ਤੁਸੀਂ ਮੇਰੇ ਗੁਰੂ ਨਾਨਕ ਨੂੰ ਤੇ ਨਹੀਂ ਵੇਖਿਆ? ਜੇ ਕੋਈ ਪੰਛੀ ਉੱਡ ਕੇ ਡਾਲ ਤੇ ਬਹਿ ਜਾਂਦਾ, ਪੰਛੀਆਂ ਨੂੰ ਪੁੱਛਦਾ, ਤੁਸੀਂ ਉੱਡ ਕੇ ਆਏ ਹੋ, ਤੁਸੀਂ ਮੇਰੇ ਮਾਲਕ ਨੂੰ ਤਾਂ ਨਹੀਂ ਵੇਖਿਆ ਕਿਤੇ ਜੰਗਲ ਵਿੱਚ ਜਾਂਦੇ ਆ? ਪੰਛੀਆਂ ਨਾਲ ਗੱਲਾਂ ਕਰਦਾ, ਰੁੱਖਾਂ ਨਾਲ ਗੱਲਾਂ ਕਰਦਾ, ਜੰਗਲ ਵਿੱਚ ਖਲੋਤਾ ਇਕੱਲਾ ਹੀ ਗੱਲਾਂ ਕਰੀ ਜਾਂਦਾ। ਆਮ ਬੰਦਾ ਵੇਖ ਕੇ ਆਖੇਗਾ ਵੀ ਇਹ ਤੇ ਕਮਲਾ ਹੋ ਗਿਆ, ਸ਼ਦਾਈ ਹੋ ਗਿਆ। ਪਰ ਗੁਰਮੁਖੋ ਜੀ ਦੇ ਮਨ ਵਿੱਚ ਪ੍ਰੇਮ ਲੱਗ ਜਾਵੇ ਨਾ, ਪ੍ਰੇਮ ਦੀ ਚਾਟ ਲੱਗ ਜਾਵੇ, ਉਹਦੀ ਹਾਲਤ ਐਸੀ ਹੋ ਜਾਂਦੀ ਹੈ, ਉਹਨੂੰ ਦੁਨੀਆ ਦੀਵਾਨਾ ਤੇ ਮਸਤਾਨਾ ਕਹਿੰਦੀ ਹੈ, ਝੱਲਾ ਕਹਿੰਦੀ ਹੈ। ਮਹਾਰਾਜ ਕਹਿਣ ਲੱਗੇ ਚਰਨ ਕਮਲ ਬਿਰਹੰਗ, ਜਿਨ੍ਹਾਂ ਨੂੰ ਚਰਨਾਂ ਕਮਲਾਂ ਦਾ ਪ੍ਰੇਮ ਪੈਦਾ ਹੋਇਆ ਹੈ, ਖੋਜੰਤ ਬੈਰਾਗੀ ਦਹਿ ਦਿਸੈ, ਉਹ ਬੈਰਾਗਵਾਨ ਹੋ ਕੇ, ਦੁਨੀਆ ਵੱਲੋਂ ਉਪਰਾਮ ਹੋ ਕੇ, ਪਦਾਰਥਾਂ ਦਾ ਮੋਹ ਛੱਡ ਕੇ, ਸੰਸਾਰ ਦੀ ਮਾਇਆ ਤੇ ਧੰਦੇ ਛੱਡ ਕੇ ਰੱਬ ਨੂੰ ਲੱਭਦੇ ਫਿਰਦੇ, ਕਿਤੇ ਉਹ ਪ੍ਰਾਪਤ ਹੋ ਜਾਵੇ। ਤਰਲਾ ਕਰਦੇ ਸਗਲ ਭਵਨ ਕੇ ਨਾਇਕਾ, ਇੱਕ ਛਿਣ ਦਰਸ ਦਿਖਾਏ ਜੀ, ਇੱਕ ਛਿਣ ਦਾ ਹੀ ਦਰਸ਼ਨ ਦੇ ਦਿਓ। ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਤਿਆਗੰਤ ਕਪੜ ਰੂਪ ਮਾਇਆ। ਸਤਿਗੁਰੂ ਬਾਦਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਗੁਰਮੁਖੋ ਇਹ ਮਾਇਆ ਜਿਹੜੀ ਹੈ ਨਾ, ਕਪਟ ਰੂਪ ਹੈ। ਕਪਟ ਕਹੀਏ ਵੀ ਛਲ ਕਰਨ ਵਾਲੀ, ਦਿਸਦੀ ਕੁਝ ਹੋਰ ਹੈ, ਕਰਦੀ ਕੁਝ ਹੋਰ ਹੈ। ਕਪਟ ਉਹਨੂੰ ਕਿਹਾ ਜਾਂਦਾ ਹੈ, ਵਿਖਾਇਆ ਸਾਨੂੰ ਕੁਝ ਹੋਰ ਜਾਂਦਾ ਹੈ, ਮੁੜ ਕੇ ਨਤੀਜਾ ਕੁਝ ਉਸਦਾ ਹੋਰ ਨਿਕਲਦਾ ਹੈ। ਆਪਾਂ ਆਖਦੇ ਨੇ ਮੇਰੇ ਨਾਲ ਕਪਟ ਕੀਤਾ ਹੈ, ਛਲ ਕੀਤਾ ਹੈ। ਮਹਾਰਾਜ ਕਹਿਣ ਲੱਗੇ ਮਾਇਆ ਵੀ ਕਪਟ ਰੂਪ ਹੈ, ਵੇਖਣ ਨੂੰ ਬੜੀ ਚੰਗੀ ਲੱਗਦੀ ਹੈ। ਜਦੋਂ ਆਉਂਦੀ ਹੈ ਤੇ ਅਸੀਂ ਸੋਚਦੇ ਹਾਂ ਵੀ ਇਹ ਬੜਾ ਸੁੱਖ ਦੇ ਕੇ ਜਾਵੇਗੀ, ਪਰ ਕੋਈ ਪਤਾ ਨਹੀਂ ਇਹ ਮਾਇਆ ਆਈ ਦੁੱਖ ਵੀ ਦੇ ਜਾਵੇ, ਇਹ ਮਾਇਆ ਆਈ ਹੈ ਜਾਨ ਵੀ ਲੈ ਜਾਵੇ। ਇਹ ਮਾਇਆ ਆਈ ਹੈ ਤੇ ਹੋ ਸਕਦਾ ਪਰਿਵਾਰ ਵੀ ਖੇਰੂ ਖੇਰੂ ਹੋ ਜਾਵੇ। ਮਾਇਆ ਆਉਂਦੀ ਚੰਗੀ ਲੱਗੀ ਹੈ, ਸੋਹਣੀ ਲੱਗੀ ਹੈ, ਪਿਆਰੀ ਲੱਗਦੀ ਹੈ। ਇਸ ਮਾਇਆ ਨੇ ਕੀ ਕਲੇਸ਼ ਪਾ ਦੇਣਾ, ਕੀ ਦੁੱਖ ਪਾ ਦੇਣਾ, ਇਹ ਪਤਾ ਹੀ ਨਹੀਂ। ਇਹ ਛਲ ਰੂਪ ਮਾਇਆ ਹੈ। ਬਾਪ ਨੇ ਮਾਇਆ ਕਮਾਈ ਨਾ, ਪਿਤਾ ਨੇ ਮਿਹਨਤ ਕਰਕੇ ਸੁੱਖ ਦੇਵੇਗੀ। ਪੁੱਤਰ ਬੱਚੇ ਜਵਾਨ ਹੋਏ, ਮਾਇਆ ਮੰਗੀ ਹੈ, ਕਿਸੇ ਗੱਲੋਂ ਨਾ ਕੀਤੀ, ਕਿਸੇ ਗੱਲੋਂ ਰੋਕਿਆ, ਤੇ ਬਾਪ ਨੇ, ਪੁੱਤਰ ਨੇ ਬਾਪ ਦਾ ਕਤਲ ਕੀਤਾ ਜਾਂ ਬਾਪ ਨੂੰ ਘਰੋਂ ਬਾਹਰ ਕੱਢ ਦਿੱਤਾ। ਸੋਚਿਆ ਤੇ ਸੀ ਕਿ ਮਾਇਆ ਸੁੱਖ ਦੇਵੇਗੀ, ਪਰ ਮਾਇਆ ਹੋ ਗਈ ਦੁੱਖ ਰੂਪ। ਤਾਂ ਕਿਹਾ ਜਾਂਦਾ ਹੈ ਮਾਇਆ ਕਪਟ ਕਰਨ ਵਾਲੀ ਹੈ, ਛਲ ਕਰਨ ਵਾਲੀ ਹੈ। ਰਾਜੇ ਉਗਰਸੈਨ ਨੂੰ ਕੰਸ ਨੇ ਆਪਣੀ ਕੈਦ ਵਿੱਚ ਕਰ ਲਿਆ, ਮਾਇਆ ਦਾ ਸੁੱਖ ਲੈਣ ਵਾਸਤੇ। ਤੇ ਔਰੰਗਜ਼ੇਬ ਬਾਦਸ਼ਾਹ ਨੇ ਸ਼ਾਹਜਹਾਨ ਨੂੰ ਕੈਦ ਕਰ ਲਿਆ, ਮਾਇਆ ਦਾ ਸੁੱਖ ਲੈਣ ਵਾਸਤੇ। ਤੇ ਕੰਵਰ ਨੌ ਨਿਹਾਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੇ ਮਹਾਰਾਜਾ ਖੜਗ ਸਿੰਘ ਨੂੰ ਕੈਦ ਕਰ ਲਿਆ ਰਾਜ ਪਾਉਣ ਵਾਸਤੇ। ਅਸੀਂ ਸੋਚਦੇ ਹਾਂ ਰਾਜ ਭਾਗ ਹੋਵੇਗਾ, ਮਾਇਆ ਹੋਵੇਗੀ, ਧਨ ਹੋਵੇਗਾ, ਪਦਾਰਥ ਹੋਣਗੇ, ਸੁਖੀ ਹੋ ਜਾਵਾਂਗੇ। ਮਹਾਰਾਜ ਕਹਿਣ ਲੱਗੇ ਮਾਇਆ ਕਪਟ ਰੂਪ ਹੈ, ਇਹਨੇ ਪਤਾ ਨਹੀਂ ਕਿਹੜੇ ਵੇਲੇ ਛਲ ਕਰ ਜਾਣਾ ਹੈ। ਤਿਆਗੰਤ ਕਪੜ ਰੂਪ ਮਾਇਆ। ਇਸ ਕਰਕੇ ਇਸ ਮਾਇਆ ਨੂੰ ਕਪਟ ਜਾਣ ਕੇ ਗੁਰਮੁਖ ਇਹਦਾ ਮੋਹ ਹੀ ਨਹੀਂ ਕਰਦੇ, ਇਹਨੂੰ ਪਰੇ ਕਰ ਦਿੰਦੇ। ਨੱਕ ਕਾਟੀ, ਕੰਨ ਕਾਟੀ, ਕਾਟ ਕੂਟ ਕੈ ਡਾਰੀ। ਇਹ ਪਤਾ ਵੀ ਇਹਨੇ ਛਲ ਕਰਨਾ, ਉਹਨੂੰ ਕੱਟ ਕੇ ਪਰੇ ਕਰ ਦਿੰਦੇ, ਉਹਦਾ ਮੋਹ ਨਹੀਂ ਕਰਦੇ ਹਨ। ਨਾਨਕ ਆਨੰਦ ਰੂਪ ਸਾਧ ਸੰਗ ਮੈਂ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਸਾਧੂਆਂ ਦਾ ਸੰਗਮ ਹੈ ਨਾ, ਜਿੱਥੇ ਬੈਠੇ ਆ, ਜਿੰਨੇ ਸਰੀਰ ਬੈਠੇ ਨੇ ਸਾਰੇ ਸਾਧੂ ਹੀ ਨੇ। ਜਿੰਨੀਆਂ ਆਤਮਾਵਾਂ ਇੱਥੇ ਬੈਠੀਆਂ
ਸੁਣਦੀਆਂ ਪਈਆਂ ਰੱਬ ਦੀ ਗੱਲ ਨੂੰ ਸਾਰੇ ਸਾਧੂ ਨੇ। ਮਹਾਰਾਜ ਕਹਿਣ ਲੱਗੇ ਇਹ ਸਾਧੂਆਂ ਦੇ ਸੰਗਮ ਵਿੱਚ ਆ ਕੇ ਬੈਠੇਗਾ, ਇਹ ਸੰਗਮ ਆਨੰਦ ਰੂਪ ਹੈ। ਤੁਸੀਂ ਆਪਣੇ ਘਰ ਵਿੱਚ ਜਾ ਕੇ ਬੈਠ ਜਾਓ, ਕਿਸ ਤਰ੍ਹਾਂ ਦਾ ਵੀ ਪਦਾਰਥ ਛਕ ਲਓ, ਕਿਸ ਤਰ੍ਹਾਂ ਦਾ ਵੀ ਆਰਾਮ ਕਰ ਲਓ, ਪਰ ਜਿਹੜੀ ਸ਼ਾਂਤੀ ਇੱਥੇ ਦਰਬਾਰ ਵਿੱਚ ਬੈਠ ਕੇ ਪ੍ਰਾਪਤ ਹੋ ਰਹੀ ਹੈ, ਆਨੰਦ ਪ੍ਰਾਪਤ ਹੋ ਰਿਹਾ ਹੈ, ਕਿਤੇ ਨਹੀਂ ਜਾ ਕੇ ਪ੍ਰਾਪਤ ਹੋਣਾ। ਮਹਾਰਾਜ ਕਹਿਣ ਲੱਗੇ ਗੁਰੂ ਕੀ ਸੰਗਤ ਤੇ ਗੁਰਮੁਖਾ ਆਨੰਦ ਰੂਪ ਹੈ, ਇਥੋਂ ਆਨੰਦ ਪ੍ਰਾਪਤ ਹੁੰਦਾ ਹੈ। ਮਨ ਸਾਈ ਮੁਖ ਉਚਰਾ ਵੱਤਾ ਹਬੇਲੋ। ਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੁਰਮੁਖ ਇਸ ਤਰ੍ਹਾਂ ਦਾ ਵੀ ਹੋਵੇ, ਇਸ ਤਰ੍ਹਾਂ ਦੇ ਗੁਰਮੁਖ ਹੁੰਦੇ ਵੀ ਨੇ। ਕਿਸ ਤਰ੍ਹਾਂ ਦੇ ਮਹਾਰਾਜ? ਸਤਿਗੁਰੂ ਕਹਿਣ ਲੱਗੇ ਮਨ ਸਾਈ ਮੁਖੋਂ ਆਪਣੇ ਮਨ ਦੇ ਵਿੱਚੋਂ ਆਵਾਜ਼ ਕੱਢਦੇ ਸਾਈਂ ਦੀ, ਪ੍ਰਮਾਤਮਾ ਪ੍ਰਾਪਤ ਹੋਵੇ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਬੇਨਤੀ ਕਰਦੇ ਐ ਕਰਤੇ ਤੂੰ ਦੁਨੀਆ ਬਣਾਉਣ ਵਾਲਾ, ਤੂੰ ਮੇਰਾ ਸਾਈਂ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮਨ ਸਾਈਂ, ਉਹਨਾਂ ਦੇ ਮਨ ਵਿੱਚੋਂ ਸਾਈਂ ਦਾ ਨਾਮ ਨਿਕਲਦਾ। ਮੁਖ ਉਚਰਾ, ਮੁਖੋਂ ਵੀ ਉਹਨਾਂ ਦੇ ਨਿਕਲਦਾ ਵਾਹਿਗੁਰੂ ਵਾਹਿਗੁਰੂ, ਕਿਉਂਕਿ ਜੋ ਅੰਦਰ ਹੋਵੇਗਾ ਉਹ ਬਾਹਰ ਨਿਕਲੇਗਾ। ਜੇ ਅੰਦਰ ਚੁਗਲੀ ਭਰੀ ਹੈ, ਨਿੰਦਿਆ ਭਰੀ ਹੈ, ਈਰਖਾ ਭਰੀ ਹੈ, ਤੇ ਜ਼ੁਬਾਨ ਵਿੱਚੋਂ ਉਹੀ ਕੁਝ ਬਾਹਰ ਨਿਕਲੇਗਾ। ਜੋ ਕੁਝ ਅਸੀਂ ਭਾਂਡੇ ਵਿੱਚ ਪਾਵਾਂਗੇ ਨਾ, ਭਾਂਡੇ ਵਿੱਚੋਂ ਕੱਢਿਆ ਵੀ ਉਹੀ ਜਾਣਾ। ਦੁੱਧ ਪਾਵਾਂਗੇ ਤੇ ਦੁੱਧ ਨਿਕਲੇਗਾ, ਪਾਣੀ ਪਾਵਾਂਗੇ ਤੇ ਪਾਣੀ ਨਿਕਲੇਗਾ। ਤੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਮ ਵਸਿਆ ਹੋਇਆ, ਅੰਦਰੋਂ ਉਚਾਰਦੇ ਪਏ ਮਨ ਸਾਈਂ, ਮਨੋਂ ਵੀ ਉਹ ਕਹਿੰਦੇ ਸਾਈਂ ਸਾਈਂ ਸਾਈਂ। ਮੁਖ ਉਚਰਾ, ਤੇ ਮੁਖੋਂ ਵੀ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਵੱਤਾ ਹਬੇਲੋ, ਹਬੇਲੋ, ਹਬੇ ਤੋਂ ਭਾਵ ਬਹੁਤੇ ਲੋਕ, ਕਹੀਏ ਲੋਕ, ਬਹੁਤੇ ਲੋਕਾਂ ਦੇ ਵਿੱਚ ਵੀ ਉਹ ਪਰਮਾਤਮਾ ਦੇ ਨਾਮ ਨੂੰ ਉਚਾਰਦਾ ਫਿਰਦਾ ਹੈ, ਨਾਮ ਜਪਦਾ ਫਿਰਦਾ ਹੈ। ਬਹੁਤੇ ਲੋਕਾਂ ਵਿੱਚ ਤੁਰਿਆ ਫਿਰਦਾ ਵੀ ਉਹ ਆਖਦਾ ਵਾਹਿਗੁਰੂ, ਆਪ ਵੀ ਜਪਦਾ, ਦੂਜਿਆਂ ਨੂੰ ਕਹਿੰਦਾ ਤੁਸੀਂ ਵੀ ਜਪੋ ਭਾਈ, ਆਓ ਆਪਾਂ ਸਾਰੇ ਮਿਲ ਕੇ ਜਪੀਏ। ਦੂਜਿਆਂ ਨੂੰ ਵੀ ਇਸ ਤਰ੍ਹਾਂ ਆਪਣੀ ਸੰਗਤ ਦੇ ਕੇ ਦੂਜਿਆਂ ਕੋਲੋਂ ਵੀ ਨਾਮ ਜਪਾਉਂਦਾ ਹੈ। ਤਾਂ ਹੀ ਮਹਾਰਾਜ ਨੇ ਲਿਖਿਆ ਮੰਨੈ ਤਰੈ ਤਾਰੇ ਗੁਰ ਸਿੱਖ, ਗੁਰੂ ਕਾ ਸਿੱਖ ਆਪ ਨਾਮ ਜਪਦਾ ਤਰਦਾ ਹੈ, ਦੂਜਿਆਂ ਨੂੰ ਨਾਮ ਜਪਾ ਕੇ ਤਾਰ ਲੈਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮਨ ਸਾਈ ਮੁਖ ਉਚਰਾ, ਜਿਨ੍ਹਾਂ ਨੇ ਮਨੋਂ ਸਾਈ ਨੂੰ ਜਪਿਆ, ਵਾਹਿਗੁਰੂ ਨੂੰ ਜਪਿਆ, ਜਿਨ੍ਹਾਂ ਨੇ ਮੂੰਹ ਨਾਲ ਵੀ ਉਹਦੇ ਨਾਮ ਨੂੰ ਜਪਿਆ, ਜਿਹੜੇ ਦੂਜਿਆਂ ਵਿੱਚ ਤੁਰੇ ਫਿਰਦੇ ਵੀ ਨਾਮ ਜਪਦੇ, ਨਾਮ ਜਪਾਉਂਦੇ ਨੇ, ਐਸੇ ਜਿਹੜੇ ਗੁਰਮੁਖ ਹਨ ਵੱਤਾ ਹਬੇਲੋ, ਸਾਰਿਆਂ ਨੂੰ ਨਾਮ ਜਪਾਉਂਦੇ ਨੇ। ਨਾਨਕ ਹਬ ਅਡੰਬਰ ਕੂੜਿਆ। ਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਾਣ ਲੈਂਦੇ ਵੀ ਦੁਨੀਆ ਦੇ ਜਿਹੜੇ ਅਡੰਬਰ ਨੇ ਕੂੜੇ ਨੇ, ਝੂਠੇ ਨੇ। ਸਾਨੂੰ ਦੁਨੀਆ ਦੇ ਅਡੰਬਰ ਸੱਚੇ ਲੱਗਦੇ ਨੇ, ਅਡੰਬਰ ਦੁਨੀਆ ਦੇ ਉਹਨਾਂ ਨੂੰ ਝੂਠੇ ਲੱਗਦੇ, ਦੁਨੀਆ ਦੀ ਬਨਾਵਟ ਉਹਨਾਂ ਨੂੰ ਝੂਠੀ ਲੱਗਦੀ ਹੈ, ਸਾਨੂੰ ਸੱਚੀ ਲੱਗਦੀ ਹੈ। ਆ ਮੇਰਾ ਹੈ, ਆ ਬਗਾਨਾ ਹੈ, ਆ ਮੈਂ ਬਣਾਇਆ ਹੈ, ਆ ਦੂਜੇ ਨੇ ਬਣਾਇਆ। ਸਾਨੂੰ ਬਨਾਵਟ ਲੱਗਦੀ ਹੈ ਸੱਚੀ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹ ਬਨਾਵਟ ਹੀ ਝੂਠੀ ਲੱਗਦੀ ਹੈ। ਝੂਠੀ ਬਨਾਵਟ ਜਾਣ ਕੇ ਇਹਦੇ ਵਿੱਚ ਫਸਦੇ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਨਕ ਹੱਬ ਅਡੰਬਰ ਕੂੜਿਆ, ਜਿੰਨੇ ਦੁਨੀਆ ਦੇ ਅਡੰਬਰ ਨੇ, ਬਨਾਵਟ ਬਣੀ ਹੈ, ਬਨੌਟ ਬਣੀ ਹੈ, ਦੁਨੀਆ ਦਾ ਪਸਾਰਾ ਬਣਿਆ ਹੈ, ਗੁਰਮੁਖ ਇਸ ਪਸਾਰੇ ਨੂੰ ਝੂਠਾ ਹੀ ਸਮਝਦੇ ਤੇ ਫਿਰ ਇਹਦੇ ਵਿੱਚ ਫਸਦੇ ਨਹੀਂ ਹਨ। ਸੁਣ ਜੀਵਾ ਸੱਚੀ ਸੋਏ, ਗੁਰਮੁਖਾਂ ਦੀ ਸੋਭਾ ਸੁਣ ਕੇ ਤੇ ਮੇਰਾ ਜਿਉਣਾ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰੂ ਕਿਆਂ ਸਿੱਖਾਂ ਦੀ ਉਪਮਾ ਕਰਦੇ, ਸਾਧੂ ਦੀ ਉਪਮਾ ਕਰਦੇ, ਕਹਿਣ ਲੱਗੇ ਜਿਹੜਾ ਸਾਧੂ ਮਨੋਂ ਸਾਈਂ ਦੇ ਨਾਮ ਨੂੰ ਉਚਾਰਦਾ, ਜਿਹੜਾ ਸਾਧੂ ਮੁਖੋਂ ਵਾਹਿਗੁਰੂ ਨਾਮ ਨੂੰ ਉਚਾਰਦਾ, ਜਿਹੜਾ ਸਾਧੂ ਸਾਰਿਆਂ ਵਿੱਚ ਨਾਮ ਜਪਦਾ ਫਿਰਦਾ ਹੈ, ਜਿਨ੍ਹੇ ਦੁਨੀਆ ਨੂੰ ਪਦਾਰਥਾਂ ਨੂੰ ਝੂਠਾ ਜਾਣ ਲਿਆ ਹੈ, ਐਸੇ ਸਾਧੂ ਦੀ ਸੋਭਾ ਸੁਣ ਕੇ ਤੇ ਸਾਡਾ ਜਿਉਣਾ ਹੁੰਦਾ ਹੈ। ਐਸੇ ਸਾਧੂ ਦੀ ਵਡਿਆਈ ਸੁਣ ਕੇ ਸਾਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਐਸੇ ਵੀ ਨੇ ਦੁਨੀਆ ਦੇ ਉੱਪਰ ਜਿਨ੍ਹਾਂ ਦੀ ਐਸੀ ਕਮਾਈ ਹੈ।
गुरसिखा की हर धूड़ दे, हम पापी हम पापी भी गत पाहे। ऐसे गुरसिख दे चरਨਾਂ ਦੀ ਧੂੜ ਮਿਲ ਜਾਵੇ, ਜਿਹੜਾ ਮਨੋਂ ਵੀ ਜਪਦਾ ਹੈ, ਜਿਹੜਾ ਜ਼ੁਬਾਨ ਤੋਂ ਵੀ ਜਪਦਾ ਹੈ, ਜਿਹੜਾ ਸਾਰਿਆਂ ਵਿੱਚ ਤੁਰਿਆ ਫਿਰਦਾ ਵੀ ਜਪਦਾ ਹੈ। ਤੇ ਮਹਾਰਾਜ ਕਹਿਣ ਲੱਗੇ ਐਸੇ ਸਿੱਖ ਦੀ ਸੋਭਾ ਸੁਣ ਕੇ ਨਾ, ਸੋਏ ਨਾਮ ਸੋਭਾ ਦਾ, ਵਡਿਆਈ ਦਾ, ਉਹਦੀ ਵਡਿਆਈ ਸੋਭਾ ਸੁਣ ਕੇ ਸਾਡਾ ਜਿਉਣਾ ਹੁੰਦਾ ਹੈ, ਅਸੀਂ ਜਿਉਂ ਉੱਠਦੇ ਹਾਂ। ਇਹ ਗੁਰਮੁਖੋ ਸਾਧੂ ਦੀ ਮਹਿਮਾ। ਸਾਧੂ ਕਿਹੜਾ ਹੈ? ਭਾਈ ਹੇਮਾ ਜੀ, ਉਹਦਾ ਵੀ ਇਤਿਹਾਸ ਆਪਾਂ ਹੁਣ ਸਰਵਣ ਕਰਾਂਗੇ, ਪਰ ਉੱਥੇ ਐਸੇ ਸਾਧੂਆਂ ਦੀ ਮਹਿਮਾ ਹੈ। ਮਨ ਸਾਈਂ ਮਹਾਰਾਜ ਇਹ ਪੰਕਤੀ ਜਿਹੜੀ ਹੈ ਨਾ, ਫਿਰ ਆਪਾਂ ਨੂੰ ਦੁਬਾਰਾ ਬਖਸ਼ਿਸ਼ ਕਰਦੇ ਹਨ। ਮਨ ਸਾਈ ਮੁਖ ਉਚਰਾ ਵਤਾ ਹਬੇ ਲੋ। ਉਹ ਦੁਨੀਆ ਦੇ ਵਿੱਚ ਲੋਕ ਬੜੇ ਤਾਕਤਵਰ ਨੇ। ਗੁਰਬਾਣੀ ਦੇ ਕਈ ਅਰਥ ਨੇ, ਆਪਾਂ ਇਹ ਕਈ ਵਾਰੀ ਬਚਨ ਸਰਵਣ ਕੀਤਾ ਹੈ। ਉਹਦੇ ਵਿੱਚੋਂ ਆਨੰਦ ਪ੍ਰਾਪਤ ਕਰਨਾ, ਸੇਧ ਪ੍ਰਾਪਤ ਕਰਨੀ, ਬਖਸ਼ਿਸ਼ ਗੁਰੂ ਦਾ ਖੁਸ਼ਾ ਪ੍ਰਾਪਤ ਕਰਨਾ। ਗੁਰਬਾਣੀ ਨੂੰ ਜਿੰਨੀ ਮਰਜ਼ੀ ਪੜ੍ਹੀ ਚੱਲੋ, ਵਿਚਾਰੀ ਚੱਲੋ, ਅੰਤ ਹੀ ਕੋਈ ਨਹੀਂ ਹੈ। ਦੂਜਾ ਅਰਥ ਇਸੇ ਪੰਕਤੀ ਦਾ ਆਪਾਂ ਸਰਵਣ ਕਰਾਂਗੇ। ਮਹਾਰਾਜ ਕਹਿਣ ਲੱਗੇ ਦੁਨੀਆ ਦੇ ਵਿੱਚ ਕੋਈ ਬੰਦਾ ਇੰਨਾ ਤਾਕਤਵਰ ਹੋ ਜਾਵੇ, ਕਿੰਨਾ ਕੁ ਤਾਕਤਵਰ ਹੋ ਜਾਵੇ, ਮਨ ਸਾਈਂ ਜਿਹੜੀ ਵੀ ਗੱਲ ਮਨੋਂ ਨਿਕਲੇ, ਮਨ ਚਾਹਵੇ, ਮਨ ਵਿੱਚ ਗੱਲ ਸੋਚੀ ਹੈ, ਮੁਖ ਉਚਰਾ, ਮੁਖੋਂ ਗੱਲ ਕਹੀ ਹੈ ਤੇ ਨਾਲ ਹੀ ਪੂਰੀ ਹੋ ਗਈ, ਇੰਨੀ ਤਾਕਤ ਵਾਲਾ ਬੰਦਾ ਹੋ ਜਾਵੇ। ਅਸੀਂ ਸੁੱਤੇ ਹੋਏ ਮੰਜੇ ਤੇ ਬੈਠੇ ਹੋਏ, ਲੰਮੇ ਪਏ ਹੋਏ, ਸੋਚਦੇ ਬਹੁਤ ਕੁਝ ਆ, ਮੈਂ ਇਹ ਬਣ ਜਾਵਾਂ, ਮੈਂ ਇਹ ਕਰ ਲਵਾਂ। ਕੇਵਲ ਸੋਚਣ ਤੱਕ ਸੀਮਤ ਆ, ਸਾਡੇ ਕੋਲੋਂ ਉਹ ਗੱਲ ਹੋ ਨਹੀਂ ਪਾਉਂਦੀ ਜਿਹੜੀ ਅਸੀਂ ਸੋਚਦੇ ਪਏ। ਮਹਾਰਾਜ ਕਹਿਣ ਲੱਗੇ ਤੇਰੇ ਕੋਲ ਰਿਧੀਆਂ ਸਿੱਧੀਆਂ ਦੇ ਬਲ ਦੇ ਨਾਲ, ਤੇਰੇ ਕੋਲ ਬੰਦਗੀ ਦੇ ਤਾਕਤ ਦੇ ਨਾਲ, ਤੇਰੇ ਕੋਲ ਇੰਨਾ ਬਲ ਆ ਜਾਵੇ, ਜਿਹੜੀ ਗੱਲ ਤੂੰ ਮਨ ਵਿੱਚ ਸੋਚੇ ਉਸ ਗੱਲ ਨੂੰ ਪੂਰਾ ਕਰਨ ਵਾਸਤੇ ਤੇਰੇ ਮੂੰਹੋਂ ਇੱਕ ਲਫ਼ਜ਼ ਨਿਕਲਣ ਦੀ ਢੇਰ ਹੈ। ਲਫ਼ਜ਼ ਨਿਕਲੇ ਨਾਲ ਹੀ ਤੇਰੀ ਉਹ ਇੱਛਾ ਪੂਰੀ ਹੋ ਜਾਵੇ। ਇੰਨੀ ਤਾਕਤ ਹੋਵੇ ਤੇਰੇ ਕੋਲ, ਇੰਨੀ ਸਿੱਧੀ ਹੋਵੇ ਤੇਰੇ ਕੋਲ, ਇੰਨੀ ਤੇਰੇ ਕੋਲ ਬੰਦਗੀ ਹੋਵੇ। ਤੇ ਗੁਰਮੁਖਾ ਇੱਥੇ ਹੀ ਬਸ ਨਹੀਂ, ਵੱਤਾ ਹੱਬੇ ਲੋ। ਜੇ ਕੋਈ ਦੁਨੀਆ ਦਾ ਵਿਅਕਤੀ ਵੀ ਆ ਕੇ ਕਹਿ ਦੇਵੇ ਨਾ ਵੀ ਮੈਨੂੰ ਭਾਈ ਆਹ ਚੀਜ਼ ਦੇ ਦਿਓ, ਮੈਂ ਵੀ ਲੋੜਵੰਦ ਆ, ਭਾਵੇਂ ਕਿ ਸਾਰੀ ਦੁਨੀਆ ਹੀ ਆ ਕੇ ਮੰਗਣ ਲੱਗ ਪਵੇ, ਦਰਵਾਜ਼ੇ 'ਤੇ ਲੋਕ ਲਾਈਨ ਲਾ ਕੇ ਖੜ ਜਾਣ, ਮੇਰੀ ਆਹ ਫਰਿਆਦ ਪੂਰੀ ਕਰੋ, ਮੇਰੀ ਆਹ ਮੰਗ ਪੂਰੀ ਕਰੋ, ਮੈਨੂੰ ਆਹ ਵਸਤੂ ਦੇ ਦਿਓ। ਤੇ ਮਹਾਰਾਜ ਕਹਿਣ ਲੱਗੇ ਤਾਕਤਵਰ ਇੰਨਾ ਹੋਵੇ ਵੀ ਆਪਣੇ ਦਰਵਾਜ਼ੇ 'ਤੇ ਆਇਆ ਕਿਸੇ ਨੂੰ ਖਾਲੀ ਨਾ ਜਾਣ ਦੇਵੇ। ਜੇ ਕਿਸੇ ਨੇ ਅਰੋਗ ਦੇਹੀ ਮੰਗੀ ਹੈ ਤੇ ਅਰੋਗ ਸਰੀਰ ਦੇ ਦੇਵੇ, ਰੋਗ ਖਤਮ ਕਰਨ ਦੀ ਸਮਰੱਥਾ ਰੱਖੇ। ਜੇ ਕਿਸੇ ਨੇ ਰਿਜ਼ਕ ਮੰਗਿਆ, ਧਨ ਮੰਗਿਆ, ਤੇ ਉਹਨੂੰ ਧਨ ਦਾ ਵਰ ਦੇ ਕੇ ਤੋਰੇ। ਇੰਨੀ ਤਾਕਤ ਆ ਜਾਵੇ, ਆਪਣੇ ਮਨ ਦੀ ਗੱਲ ਆਪਣੇ ਮੂੰਹੋਂ ਕਹਿ ਕੇ ਪੂਰੀ ਕਰ ਲਵੇ। ਜੇ ਕੋਈ ਦਰਵਾਜ਼ੇ 'ਤੇ ਆ ਕੇ ਖਲੋ ਕੇ ਵੀ ਮੰਗ ਲਵੇ ਨਾ ਕਿ ਮੈਨੂੰ ਆਹ ਵਸਤੂ ਦੇ ਦਿਓ, ਤੇ ਉਹਦੀ ਇੱਛਾ ਵੀ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੋਵੇ। ਵੱਤਾ ਹੱਬੇ ਲੋ, ਲੋ ਤੋਂ ਭਾਵ ਲੋਕ, ਹੱਬੇ ਤੋਂ ਭਾਵ ਬਹੁਤੇ। ਇਹ ਨਹੀਂ ਵੀ ਇੱਕ ਬੰਦੇ ਦੀ, ਬਹੁਤੇ ਲੋਕ ਭਾਵੇਂ ਆ ਜਾਣ, ਸਾਰਿਆਂ ਦੇ ਮਨ ਦੀ ਇੱਛਾ ਪੂਰੀ ਕਰਨ ਦੀ ਤਾਕਤ ਰੱਖਦਾ ਹੋਵੇ। ਇੰਨੀਆਂ ਕੋਲ ਰਿਧੀਆਂ ਹੋਣ, ਸਿੱਧੀਆਂ ਹੋਣ, ਇੰਨੇ ਜਪ ਕੀਤੇ ਹੋਣ, ਇੰਨੇ ਤਪ ਕੀਤੇ ਹੋਣ, ਐਡਾ ਵੱਡਾ ਤਾਕਤ ਵਾਲਾ ਵੀ ਬਣ ਜਾਣਾ ਕਰੇ। ਨਾਨਕ ਹੱਬ ਅਡੰਬਰ ਕੂੜਿਆ। ਅੱਜ ਕਹਿਣ ਲੱਗੇ ਸਾਰੇ ਅਡੰਬਰ ਭਾਈ ਝੂਠੇ ਹੀ ਨੇ, ਇਹ ਕੁਝ ਨਹੀਂ ਦੁਨੀਆ ਦੇ ਵਿੱਚ। ਇਹ ਰਿਧੀਆਂ ਸਿੱਧੀਆਂ ਤੇ ਐਵੇਂ ਝੂਠੀਆਂ, ਝੂਠੇ ਵੱਲ ਕੰਮਾਂ ਵੱਲ ਲਾਉਣ ਵਾਲੀਆਂ। ਰਿਧੀ ਸਿੱਧੀ ਆ ਗਈ ਹੈ, ਜੋ ਮਨ ਵਿੱਚ ਸੋਚਿਆ ਮੂੰਹੋਂ ਆਖ ਕੇ ਪ੍ਰਾਪਤ ਕਰ ਲਿਆ। ਰਿਧੀ ਸਿੱਧੀ ਆ ਗਈ ਹੈ, ਕਿਸੇ ਨੇ ਮੰਗਿਆ ਤੇ ਉਹਨੂੰ ਦੇ ਕੇ ਤੋਰਿਆ। ਮਹਾਰਾਜ ਕਹਿਣ ਲੱਗੇ ਭਾਵੇਂ ਇੰਨਾ ਵੀ ਤਾਕਤ ਵਾਲਾ ਬਣ ਜਾ, ਅਸਲ ਦੇ ਵਿੱਚ ਸਭ ਕੁਝ ਝੂਠਾ ਹੀ ਹੈ। ਇੰਨੀ ਤਾਕਤ ਹੁੰਦਿਆਂ ਵੀ ਕੁਝ ਪੱਲੇ ਨਹੀਂ ਹੈ। ਨਾਨਕ ਹੱਬ ਅਡੰਬਰ ਕੂੜਿਆ। ਐਸੇ ਜਿਹੜੇ ਅਡੰਬਰ ਨੇ ਇਹ ਸਾਰੇ ਕੂੜੇ ਝੂਠੇ ਨੇ। ਸਾਡੇ ਕੋਲ ਤੇ ਤਾਕਤ ਹੀ ਕੁਝ ਨਹੀਂ ਹੈ।
ਅਸੀਂ ਤੇ ਆਪਣੀ ਗੱਲ ਆਪ ਨਹੀਂ ਪੂਰੀ ਕਰ ਸਕਦੇ, ਆਪਣੇ ਵਾਸਤੇ ਕੁਝ ਲੈਣਾ ਤੇ ਅਸੀਂ ਉਹ ਨਹੀਂ ਲੈ ਸਕਦੇ, ਪਰ ਮਾਣ ਸਾਨੂੰ ਬੜਾ ਵੀ ਮੈਂ ਹੀ ਦੁਨੀਆ ਚਲਾਈ ਬੈਠਾ। ਪਰ ਮਹਾਰਾਜ ਕਹਿਣ ਲੱਗੇ ਤੇਰੇ ਕੋਲ ਤਾਕਤ ਇੰਨੀ ਆ ਜਾਵੇ ਕਿ ਤੂੰ ਸਾਰੀ ਦੁਨੀਆ ਦੇ ਫੁਰਨੇ ਪੂਰੇ ਕਰਨ ਦੀ ਸਮਰੱਥਾ ਰੱਖੇ, ਤਾਂ ਵੀ ਇਹ ਸਭ ਕੁਝ ਝੂਠਾ ਹੀ ਹੈ, ਇਹ ਨਾਸਵੰਤੀ ਹੈ, ਇਹਦੇ ਵਿੱਚੋਂ ਕੁਝ ਨਹੀਂ ਤੈਨੂੰ ਮਿਲਣਾ ਹੈ। ਸੁਣ ਜੀਵਾ ਸੱਚੀ ਸੋਏ। ਉਹ ਸੱਚਾ ਜਿਹੜਾ ਸਾਈਂ ਪ੍ਰਮਾਤਮਾ, ਉਹਦੀ ਸ਼ੋਭਾ ਜਿਹੜੀ ਹੈ ਨਾ ਉਹ ਨਿਰਮਲ ਹੈ, ਉਹ ਉਜਲ ਹੈ। ਜਿਨ੍ਹਾਂ ਨੇ ਉਹ ਸ਼ੋਭਾ ਨੂੰ ਸੁਣਿਆ ਉਹਨਾਂ ਦੀ ਮਹਿਮਾ ਭਾਈ ਅਪਰੰਪਾਰ ਹੈ। ਉਹ ਸੱਚੀ ਸ਼ੋਭਾ ਵਾਲੇ ਗੁਰਮੁਖ ਹਨ। ਪੌੜੀ ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤਰਨ ਤਾਰਨ ਬੈਠੇ ਸਨ। ਇੱਕ ਦਿਨ ਮਹਾਰਾਜ ਦਾ ਵਿਚਾਰ ਬਣਿਆ ਵੀ ਚਲੋ ਗੋਇੰਦਵਾਲ ਦੇ ਦਰਸ਼ਨ ਕਰਕੇ ਆਈਏ। ਸੰਗਤਾਂ ਨੂੰ ਨਾਲ ਲੈ ਕੇ ਤੇ ਮਹਾਰਾਜ ਚੱਲ ਪਏ। ਜਦੋਂ ਤਰਨ ਤਾਰਨ ਤੋਂ ਚੱਲ ਕੇ ਮਹਾਰਾਜ ਗੋਇੰਦਵਾਲ ਨੂੰ ਜਾ ਰਹੇ, ਰਸਤੇ ਵਿੱਚ ਪਹੁੰਚੇ ਤੇ ਇੰਨੇ ਚਿਰ ਨੂੰ ਬੜਾ ਝੱਖੜ ਆਇਆ, ਬੜੀ ਹਨੇਰੀ ਆਈ, ਵਾਵਰੋਲੇ ਬੜੇ ਉੱਠੇ ਤੇ ਸਤਿਗੁਰਾਂ ਦਾ ਮਨ ਕੀਤਾ ਵੀ ਥੋੜਾ ਸਮਾਂ ਇੱਥੇ ਰੁਕਿਆ ਜਾਵੇ ਤੇ ਫਿਰ ਅੱਗੇ ਚੱਲਾਂਗੇ। ਨੇੜੇ ਹੀ ਇੱਕ ਮੁਸਲਮਾਨਾਂ ਦਾ ਪਿੰਡ ਹੈ। ਸਤਿਗੁਰਾਂ ਨੇ 2 ਸਿੱਖ ਭੇਜੇ, ਕਹਿਣ ਲੱਗੇ ਜਾਓ ਭਾਈ ਪਿੰਡ ਵਾਲਿਆਂ ਨੂੰ ਪੁੱਛ ਕੇ ਆਓ, ਹਨੇਰੀ ਚੱਲਦੀ ਪਈ ਹੈ, ਝੱਖੜ ਚੱਲਦਾ ਪਿਆ ਸੀ, ਕੁਝ ਸਮਾਂ ਤੁਹਾਡੇ ਪਿੰਡ ਵਿੱਚ ਰੁਕਣਾ ਹੈ, ਫਿਰ ਜਦੋਂ ਝੱਖੜ ਰੁਕ ਜਾਏਗਾ, ਹਨੇਰੀ ਰੁਕੇਗੀ ਤੇ ਅਸੀਂ ਅੱਗੇ ਚਲੇ ਜਾਵਾਂਗੇ। ਮਹਾਰਾਜ ਦਾ ਬਚਨ ਮੰਨ ਕੇ 2 ਸਿੱਖ ਜਦੋਂ ਮੁਸਲਮਾਨਾਂ ਦੇ ਪਿੰਡ ਵਿੱਚ ਪਹੁੰਚੇ ਨਾ, ਪਿੰਡ ਦਾ ਨਾਮ ਖਾਨ ਹੈ, ਤੇ ਉਹ ਮੁਸਲਮਾਨ ਜਿਹੜੇ ਸਨ ਉਹ ਸ਼ਰਾਬ ਪੀਤੀ ਬੈਠੇ ਸਨ ਤੇ ਵੇਸਵਾ ਦਾ ਨਾਚ ਵੇਖਦੇ ਪਏ ਸਨ। ਉਹਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਆਖਿਆ ਵੀ ਨਹੀਂ, ਇੱਥੇ ਕੋਈ ਜਗ੍ਹਾ ਨਹੀਂ ਹੈ, ਗੁਰੂ ਇੱਥੇ ਨਹੀਂ ਟਿਕ ਸਕਦਾ, ਮਹਾਰਾਜ ਨੂੰ ਕਹੋ ਵੀ ਅੱਗੇ ਚਲੇ ਜਾਣ। ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਉਹ ਪਿੰਡ ਦੇ ਖਾਨ ਜਿਹੜੇ ਨਸ਼ੇ ਵਿੱਚ ਬੈਠੇ ਹੋਏ ਨੇ, ਵੇਸਵਾ ਦਾ ਨਾਚ ਵੇਖਦੇ ਪਏ, ਉਹਨਾਂ ਨੇ ਆਖਿਆ ਵੀ ਮਹਾਰਾਜ ਸਾਡੇ ਪਿੰਡ ਨਹੀਂ ਰੁਕ ਸਕਦੇ। ਸਤਿਗੁਰੂ ਕਹਿਣ ਲੱਗੇ ਠੀਕ ਹੈ। ਮਹਾਰਾਜ ਅੱਗੇ ਚੱਲ ਪਏ। ਗੁਰਮੁਖੋ ਥੋੜਾ ਜਿਹਾ ਅੱਗੇ ਗਏ ਤੇ ਇੱਕ ਟੁੱਟੀ ਜੀ ਝੌਂਪੜੀ ਦੇ ਵਿੱਚ ਨਾ ਛੰਨ ਦੇ ਵਿੱਚ ਇੱਕ ਵਿਅਕਤੀ ਬੈਠਦਾ, ਨਾਮ ਹੈ ਭਾਈ ਹੇਮਾ ਜੀ। ਇਹਦਾ ਕਰਤੱਵ ਕੀ ਹੈ? ਹਰ ਵੇਲੇ ਮੁਖੋਂ ਕਹਿਣਾ ਵਾਹਿਗੁਰੂ ਵਾਹਿਗੁਰੂ, ਨਾਮ ਜਪਦੇ ਰਹਿਣਾ। ਤੇ ਜਦੋਂ ਕਿਸਾਨਾਂ ਨੇ, ਜ਼ਿਮੀਂਦਾਰਾਂ ਨੇ ਆਪਣੀ ਫਸਲ ਕੱਟ ਲੈਣੀ ਨਾ, ਮੰਨ ਲਓ ਵੀ ਕਣਕ ਹੈ, ਕਣਕ ਵੱਢ ਲਈ ਹੈ, ਕਣਕ ਵੱਢ ਕੇ ਸਾਂਭ ਲਈ ਹੈ, ਤੇ ਇਹਨੇ ਬਾਅਦ ਵਿੱਚ ਖੇਤਾਂ ਵਿੱਚ ਗੇੜਾ ਮਾਰਨਾ ਤੇ ਜਿਹੜੇ ਸਿੱਟੇ ਟੁੱਟੇ ਹੋਣੇ ਨਾ ਖੇਤ ਵਿੱਚ ਪਏ ਹੋਣੇ ਵਾਧੂ, ਉਹ ਸਿੱਟੇ ਇਕੱਠੇ ਕਰ ਲੈਣੇ ਕਣਕ ਦੇ, ਝੋਲੀ ਮਗਰ ਪਾ ਕੇ ਸਿੱਟੇ ਚੁੱਕ ਚੁੱਕ ਕੇ ਝੋਲੀ ਭਰ ਲੈਣੀ। ਆਪਣੀ ਝੌਂਪੜੀ ਦੇ ਬਾਹਰ ਲਿਆ ਕੇ ਉਹਨਾਂ ਸਿੱਟਿਆਂ ਨੂੰ ਕੁੱਟਣਾ, ਕੁੱਟ ਕੇ ਦਾਣੇ ਕੱਢ ਕੇ ਤੇ ਫਿਰ ਚੱਕੀ ਪੀਹ ਕੇ ਤੇ ਉਹਦਾ ਆਟਾ ਪੀਸਣਾ। ਰੋਜ਼ ਦਾ ਹੀ ਕੰਮ ਹੈ। ਆਟਾ ਪੀਹ ਕੇ ਉਹਦੇ 3 ਪ੍ਰਸ਼ਾਦੇ ਬਣਾਉਣੇ, ਕਿਣ ਕੇ ਰੋਜ਼ 3 ਪ੍ਰਸ਼ਾਦੇ ਬਣਾਉਂਦਾ ਜ਼ਰੂਰ ਹੈ। ਨਾ ਕੋਲ ਜ਼ਮੀਨ ਹੈ, ਨਾ ਜਾਇਦਾਦ ਹੈ, ਨਾ ਕੋਲ ਕੋਈ ਧਨ ਹੈ। ਕਿਸੇ ਦੀ ਜ਼ਮੀਨ ਵਿੱਚ ਫਿਰ ਕੇ ਫਸਲ ਵੱਢਣ ਤੋਂ ਮਗਰੋਂ ਥੱਲਿਓਂ ਚੁਗ ਲੈਂਦਾ ਟੁੱਟੇ ਹੋਏ ਸਿੱਟੇ, ਉਹਨਾਂ ਨੂੰ ਇਕੱਠੇ ਕਰਕੇ ਕੁੱਟਦਾ ਸੋਟੇ ਦੇ ਨਾਲ, ਉਹਨੂੰ ਵਸਾ ਕੇ ਦਾਣੇ ਬਾਹਰ ਕੱਢ ਕੇ ਤੇ ਫਿਰ ਚੱਕੀ ਨਾਲ ਪੀਂਦਾ, ਪੀ ਕੇ 3 ਪ੍ਰਸ਼ਾਦੇ ਬਣਾਉਂਦਾ। 1 ਪ੍ਰਸ਼ਾਦਾ ਆਪ ਛਕਦਾ ਸਵੇਰ ਵੇਲੇ ਤੇ 2 ਪ੍ਰਸ਼ਾਦੇ ਬੰਨ੍ਹ ਕੇ ਰੱਖ ਲੈਂਦਾ। ਜੇ ਕੋਈ ਅਭਿਆਗਤ ਆ ਜਾਵੇ, ਕੋਈ ਰਾਹੀ ਆ ਜਾਵੇ, ਕੋਈ ਸਾਧੂ ਤੁਰਿਆ ਜਾਂਦਾ ਆ ਜਾਵੇ, ਮੇਰੇ ਕੋਲ ਆ ਕੇ ਪ੍ਰਸ਼ਾਦਾ ਮੰਗੇ ਤੇ ਮੇਰੇ ਕੋਲ 2 ਪ੍ਰਸ਼ਾਦੇ ਪਏ, ਹੁਣ ਮੈਂ ਇਹ ਛਕਾ ਕੇ ਸੇਵਾ ਕਰਾਂ। ਤੇ ਗੁਰਮੁਖੋ ਇਸੇ ਤਰ੍ਹਾਂ ਹੀ ਕਰਦਾ ਹੈ। ਜੇ ਕੋਈ ਰਾਹ ਜਾਂਦਾ ਆ ਜਾਂਦਾ, ਉਹਨੂੰ 2 ਪ੍ਰਸ਼ਾਦੇ ਆਪਣੇ ਮਿਹਨਤ ਦੇ ਕਮਾਏ ਹੋਏ ਛਕਾਉਂਦਾ, ਉਹਦੀਆਂ ਅਸੀਸਾਂ ਲੈਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਚਲਦਿਆਂ ਚਲਦਿਆਂ ਇਹਦੀ ਝੌਂਪੜੀ ਦੇ ਬਾਹਰ ਗਏ ਤੇ ਮਹਾਰਾਜ ਨੇ ਆਵਾਜ਼ਾਂ ਦਿੱਤਾ, ਕਹਿਣ ਲੱਗੇ ਭਾਈ ਹੇਮਿਆ, ਅਸੀਂ ਤੈਨੂੰ ਮਿਲਣ ਵਾਸਤੇ ਆਏ। ਭਾਈ ਹੇਮਾ ਜੀ ਨੇ ਜਦੋਂ ਆਵਾਜ਼ ਸੁਣੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਭੱਜ ਕੇ ਬਾਹਰ ਆਇਆ ਤੇ ਟੁੱਟਾ ਜਿਹਾ ਵਿਚਾਰੇ ਕੋਲ ਮੰਜਾ, ਛੇਤੀ ਨਾਲ ਮੰਜਾ ਢਾਇਆ ਤੇ ਮਾੜੀ ਜੀ ਕੰਬਲੀ ਹੈ, ਉਹ ਵੀ ਆਪਣੇ ਉੱਪਰ ਪਾਟੀ ਜੀ ਲਈ ਹੋਈ ਕੰਬਲੀ ਮੰਜੇ ਤੇ ਵਿਛਾ ਕੇ ਤੇ ਸਤਿਗੁਰਾਂ ਨੂੰ ਬਿਠਾਇਆ। ਜਦੋਂ ਮਹਾਰਾਜ ਬੈਠ ਗਿਆ ਤੇ ਮਹਾਰਾਜ ਕਹਿਣ ਲੱਗੇ ਭਾਈ ਹੇਮਿਆ, ਭੁੱਖ ਬਹੁਤ ਲੱਗੀ ਹੈ, ਅਸੀਂ ਸਫ਼ਰ ਤੋਂ ਆਏ ਚੱਲ ਕੇ,
ਪ੍ਰਸ਼ਾਦਾ ਛਕਣ ਨੂੰ ਮਨ ਕਰਦਾ, ਕੋਈ ਹੈ ਕੁਝ ਖਾਣ ਵਾਸਤੇ ਤੇ ਲੈ ਕੇ ਆਓ। ਜਦੋਂ ਇਹ ਬਚਨ ਸੁਣਿਆ ਨਾ ਭਾਈ ਹਿੰਮੇ ਨੇ ਤੇ ਗੁਰਮੁਖੋ ਮਨ ਵੀ ਭਰ ਗਿਆ ਤੇ ਅੱਖਾਂ ਵੀ ਭਰ ਗਈਆਂ। ਮੈਂ ਗਰੀਬ ਜਿਹਨੂੰ ਲੋਕਾਂ ਨੇ ਪਿੰਡੋਂ ਬਾਹਰ ਕੱਢ ਛੱਡਿਆ, ਟੁੱਟੀ ਛੱਪਰੀ ਵਿੱਚ ਟੁੱਟੀ ਛੰਨ ਵਿੱਚ ਰਹਿੰਦਾ, ਮੇਰੇ ਕੋਲੋਂ ਲੰਘਣਾ ਕੋਈ ਪਸੰਦ ਨਹੀਂ ਕਰਦਾ। ਦੀਨ ਦੁਨੀਆ ਦੇ ਮਾਲਕ ਮੇਰੇ ਘਰੋਂ ਆ ਕੇ ਪ੍ਰਸ਼ਾਦਾ ਮੰਗਦੇ ਪਏ। ਦੌੜ ਕੇ ਗਿਆ ਆਪਣੀ ਛੰਨ ਦੇ ਵਿੱਚ ਤੇ ਉਹ 2 ਪ੍ਰਸ਼ਾਦੇ ਜਿਹੜੇ ਬੱਧੇ ਹੋਏ ਸਵੇਰ ਦੇ ਪਏ ਸਨ, ਇੱਕ ਆਪ ਛਕਿਆ ਤੇ 2 ਬਾਕੀ ਸਤਿਗੁਰਾਂ ਦੇ ਕੋਲ ਲੈ ਕੇ ਆਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕ ਕੇ ਮਹਾਰਾਜ ਕਹਿਣ ਲੱਗੇ, ਭਾਈ ਹਿੰਮਿਆ ਹੁਣ ਤੇ ਪਿਆਸ ਵੀ ਲੱਗ ਗਈ ਹੈ, ਲਿਆ ਜਲ ਛਕੀਏ, ਪਾਣੀ ਦੇ, ਪਾਣੀ ਪੀਣ ਨੂੰ ਮਨ ਕਰਦਾ। ਤੇ ਭਾਈ ਹਿੰਮਾ ਕਹਿਣ ਲੱਗਾ, ਮਹਾਰਾਜ ਪਾਣੀ ਇੱਥੇ ਨੇੜੇ ਤੇੜੇ ਵੀ ਕਿਤੇ ਨਹੀਂ ਹੈਗਾ, ਇੱਥੇ ਪਾਣੀ ਦੀ ਬੜੀ ਜ਼ਿਆਦਾ ਦਿੱਕਤ ਹੈ, ਪਾਣੀ ਹੈ ਨਹੀਂ। ਜੇ ਆਪ ਜੀ ਦਾ ਹੁਕਮ ਹੋਵੇ ਮੈਂ ਦੌੜ ਕੇ ਕਿਸੇ ਦੂਜੇ ਪਿੰਡ ਵਿੱਚ ਜਾਂਦਾ ਤੇ ਉੱਥੋਂ ਪਾਣੀ ਭਰ ਕੇ ਲੈ ਆਉਂਦਾ, ਆਪ ਜੀ ਹੁਕਮ ਕਰੋ ਮੈਂ ਹੁਣੇ ਦੌੜ ਕੇ ਜਾਵਾਂ। ਤੇ ਸਤਿਗੁਰੂ ਬਚਨ ਸੁਣ ਕੇ ਹੱਸ ਪੈ, ਕਹਿਣ ਲੱਗੇ, ਨਹੀਂ ਭਾਈ ਹਿੰਮਿਆ, ਪਾਣੀ ਤੇ ਤੇਰੇ ਕੋਲ ਬਹੁਤ ਹੈ, ਚੱਲ ਆ ਤੈਨੂੰ ਪਾਣੀ ਵਿਖਾਈਏ ਹੈ ਕਿੱਥੇ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਹਿੰਮਾ ਜੀ ਦੀ ਬਾਂਹ ਫੜੀ। ਨੇੜੇ ਹੀ ਇੱਕ ਛੋਟਾ ਜਿਹਾ ਛੱਪੜ ਹੈ, ਸੁੱਕਾ ਹੋਇਆ, ਉੱਥੇ 8 ਨੁੱਕਰਾਂ ਦੀ ਇੱਕ ਢੀਮ ਪਈ ਹੋਈ ਹੈ, ਨਿੱਕੀ ਜੀ ਮਿੱਟੀ ਦੀ ਸਿਲ ਪਈ ਹੋਈ ਹੈ, ਢਿੰਮ ਪਈ ਹੈ, 8 ਨੁੱਕਰਾਂ ਨੇ। ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਹਿਣ ਲੱਗੇ, ਜਾ ਭਾਈ ਹਿੰਮਿਆ ਉਸ ਚੁੱਕਦੇ ਢਿੰਮ ਨੂੰ ਜਾ ਕੇ ਪਰੇ ਕਰਦੇ ਆਪਣੇ ਹੱਥਾਂ ਦੇ ਨਾਲ। ਤੇ ਜਦੋਂ ਭਾਈ ਹਿੰਮੇ ਨੇ ਮਹਾਰਾਜ ਦਾ ਬਚਨ ਮੰਨ ਕੇ ਢੀਮ ਨੂੰ ਚੁੱਕਿਆ ਤੇ ਕਹਿਣ ਲੱਗੇ, ਥੱਲਿਓਂ ਬੜਾ ਸੋਹਣਾ ਜਲ ਨਿਕਲਿਆ, ਮੰਨ ਲਓ ਪਾਣੀ ਦਾ ਚਸ਼ਮਾ ਹੀ ਫੁੱਟ ਪਿਆ ਹੋਵੇ। ਉਜਲ ਜਲ, ਸਾਫ਼ ਜਲ ਪੀਣ ਵਾਲਾ ਨਿਕਲਿਆ। ਉਹ ਜਿਹੜਾ ਪਾਣੀ ਦਾ ਤਲਾਬ ਸੁੱਕਾ ਹੋਇਆ ਸੀ ਉਹ ਭਰ ਗਿਆ। ਧੰਨ ਗੁਰੂ ਅਰਜਨ ਦੇਵ ਨੇ ਆਪ ਵੀ ਪਾਣੀ ਪੀਤਾ, ਸਿੱਖ ਸੰਗਤਾਂ ਨੇ ਵੀ ਪਾਣੀ ਪੀਤਾ। ਨਾਲ ਹੀ ਮਹਾਰਾਜ ਨੇ ਵਰ ਬਖਸ਼ਿਆ, ਕਹਿਣ ਲੱਗੇ, ਜਿਹੜੇ ਇੱਥੇ ਇਸ਼ਨਾਨ ਕਰਿਆ ਕਰਨਗੇ ਉਹਨਾਂ ਦੀ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਇਆ ਕਰਨਗੀਆਂ। ਇਹ ਅਸੀਂ ਇਸ ਧਰਤੀ ਨੂੰ ਵਰ ਦਿੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਜਲ ਛਕ ਕੇ ਫਿਰ ਭਾਈ ਹਿੰਮਾ ਦੀ ਉਸ ਕੁਟੀਆ ਦੇ ਬਾਹਰ ਬੈਠੇ, ਛਪਰੀ ਦੇ ਬਾਹਰ ਬੈਠੇ ਤੇ ਫਿਰ ਬਚਨ ਕਰਨ ਲੱਗੇ, ਕਹਿਣ ਲੱਗੇ, ਭਾਈ ਹਿੰਮਿਆ ਚੱਲ ਤੈਨੂੰ ਫਿਰ ਅਸੀਂ ਵਰ ਬਖਸ਼ਿਸ਼ ਕਰੀਏ, ਤੈਨੂੰ ਦਾਤ ਦਈਏ। ਤੇ ਉਸ ਵੇਲੇ ਬਚਨ ਕਰਦੇ ਹਨ, ਬਸਤਾ ਟੁੱਟੀ ਝੌਂਪੜੀ। ਮਹਾਰਾਜ ਕਹਿਣ ਲੱਗੇ, ਭਾਵੇਂ ਟੁੱਟੀ ਹੋਈ ਝੌਂਪੜੀ ਦੇ ਵਿੱਚ ਵੀ ਰਹਿੰਦਾ ਹੋਵੇ, ਜਿਵੇਂ ਭਾਈ ਹਿੰਮਾ ਰਹਿ ਰਿਹਾ ਟੁੱਟੀ ਹੋਈ ਛੰਨ ਦੇ ਵਿੱਚ, ਵੱਡੇ ਮਹਿਲ ਦੀ ਗੱਲ ਨਹੀਂ ਹੈ ਵੀ ਵੱਡਾ ਮਹਿਲ ਹੋਵੇਗਾ ਤੇ ਉਹਦੇ ਵਿੱਚ ਰਹੇਗਾ ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਮਹਿਲ ਨਸਖਣ ਰਹਿ ਗਏ, ਵਾਸਾ ਆਇਆ ਤਲ। ਇੱਕ ਦਿਨ ਸਮਾਂ ਆਵੇਗਾ, ਮਹਿਲ ਖਾਲੀ ਹੋ ਜਾਣਾ, ਸੋਨਾ ਧਰਤੀ ਤੇ ਹੀ ਪੈਣਾ। ਕੀੜਾ ਲੜਿਓ ਮਾਸ, ਕੀੜਿਆਂ ਨੇ ਮਾਸ ਖਾਣਾ, ਕਬਰ ਵਿੱਚ ਪੈਦਾ। ਮਹਾਰਾਜ ਕਹਿਣ ਲੱਗੇ, ਅਸੀਂ ਉਹਦੀ ਗੱਲ ਕਰਦੇ ਹਾਂ, ਬਸਤਾ ਟੂਟੀ ਝੌਂਪੜੀ। ਵਸਦਾ ਭਾਵੇਂ ਟੁੱਟੀ ਹੋਈ ਝੌਂਪੜੀ ਵਿੱਚ ਹੋਵੇ, ਟੁੱਟੇ ਜਾਏ ਘਰ ਵਿੱਚ, ਟੁੱਟੀ ਜੀ ਛੰਨ ਵਿੱਚ ਭਾਵੇਂ ਰਹਿੰਦਾ ਹੋਵੇ, ਚੀਰ ਸਭ ਛਿੰਨਾ। ਉਹਦੇ ਕੱਪੜੇ ਭਾਵੇਂ ਪਾਟੇ ਹੋਣ। ਅਸੀਂ ਤੇ ਆਖਦੇ ਹਾਂ ਨਾ ਵੀ ਕੱਪੜੇ ਦੀ ਤਰੀਜ ਨਹੀਂ ਟੁੱਟਣੀ ਚਾਹੀਦੀ, ਐ ਬਿਲਕੁਲ ਪ੍ਰੈਸ ਕੀਤਾ ਹੋਵੇ ਤੇ ਸਾਫ਼ ਹੋਵੇ ਤੇ ਮਹਿੰਗਾ ਹੋਵੇ। ਮਹਾਰਾਜ ਕਹਿਣ ਲੱਗੇ, ਭਾਵੇਂ ਸਾਫ਼ ਵੀ ਨਾ ਹੋਵੇ ਤੇ ਭਾਵੇਂ ਮਹਿੰਗਾ ਵੀ ਨਾ ਹੋਵੇ, ਭਾਵੇਂ ਪ੍ਰੈਸ ਵੀ ਨਾ ਹੀ ਕੀਤਾ ਹੋਵੇ, ਬਲਕਿ ਸਗੋਂ ਪਾਟਾ ਹੋਵੇ ਗਰੀਬੀ ਦੇ ਕਾਰਨ, ਮੂਰੀਆਂ ਵਿੱਚ ਕੀਤੀਆਂ ਹੋਣ, ਭਾਵੇਂ ਉਹਦੇ ਕੱਪੜੇ ਵੀ ਕਿਉਂ ਨਾ ਪਾਟੇ ਹੋਣਾ ਕਰਨਾ। ਜਾਤ ਨਾ ਪਤ ਨਾ ਆਦਰੋ, ਚੰਗੀ ਜਾਤ ਵੀ ਨਾ ਹੋਵੇ। ਵੱਡੀ ਜਾਤ ਵਾਲਾ ਤੇ ਆਪਣੀ ਗੱਡੀ ਦੇ ਮਗਰ ਵੀ ਲਿਖਾ ਲੈਂਦਾ, ਮੇਰੀ ਫਲਾਣੀ ਜਾਤ ਹੈ, ਕਿਉਂਕਿ ਵੱਡੀ ਹੈ। ਮਹਾਰਾਜ ਕਹਿਣ ਲੱਗੇ, ਜਾਤ ਭਾਵੇਂ ਮਾੜੀ ਹੋਵੇ, ਨੀਵੀਂ ਜਾਤ ਨਾਲ ਹੀ ਸੰਬੰਧ ਰੱਖਦਾ ਹੋਵੇ। ਜਾਤ ਨਾ ਪਾਤ, ਪਾਤ ਨਾਮ ਪੰਕਤੀ, ਪੰਕਤੀ ਤੋਂ ਭਾਵ ਬਹਿਣਾ ਉੱਠਣਾ। ਬਹਿਣਾ ਉੱਠਣਾ ਵੀ ਮਾੜਿਆਂ ਨਾਲ ਹੀ ਹੋਵੇ, ਆਪਦੇ ਵਰਗਿਆਂ ਨਾਲ ਹੀ ਹੋਵੇ। ਹੁਣ ਗਰੀਬ ਦੀ ਬਹਿਣੀ ਉੱਠਣੀ ਤੇ ਗਰੀਬ ਨਾਲ ਹੀ ਹੋਵੇਗੀ ਨਾ, ਅਮੀਰ ਦੀ ਅਮੀਰ ਨਾਲ ਹੋਵੇਗੀ। ਉੜਤੇ ਕੋ ਉੜਤਾ ਮਿਲੇ, ਮਹਾਰਾਜ ਦਾ ਬਚਨ, ਤੁਰਦੇ ਕੋ ਤੁਰਦਾ ਮਿਲੇ। ਸਤਿਗੁਰੂ ਕਹਿਣ ਲੱਗੇ, ਨਾ ਚੰਗੀ ਜਾਤ ਹੋਵੇ, ਨਾ ਚੰਗੀ ਪੰਕਤੀ ਸ਼੍ਰੇਣੀ ਹੋਵੇ ਬੈਠਣ ਵਾਲਿਆਂ ਦੀ।
ਜਾਤ ਨਾ ਪਾਤ ਨਾ ਆਦਰੋ। ਤੇ ਜਿੱਥੇ ਕਿਤੇ ਜਾਵੇ ਨਾ ਕੋਈ ਅੱਗੋਂ ਆਦਰ ਵੀ ਨਾ ਦੇ, ਸਗੋਂ ਲੋਕ ਮਾੜਾ ਹੀ ਬੋਲਣ, ਆਦਰ ਵੀ ਨਾ ਮਿਲਦਾ ਹੋਵੇ, ਸਤਿਕਾਰ ਵੀ ਨਾ ਮਿਲਦਾ ਹੋਵੇ। ਵੈਸੇ ਵੀ ਮਹਾਰਾਜ ਦਾ ਬਚਨ ਹੈ ਗੁਰਬਾਣੀ ਦਾ ਵੀ ਨਿਰਧਨ ਆਦਰ ਕੋਈ ਨਾ ਦੇ। ਜੇ ਤੁਸੀਂ ਗਰੀਬ ਹੋ ਗਏ ਹੋ ਨਾ ਜਾਂ ਗਰੀਬ ਹੋ, ਤੁਹਾਨੂੰ ਕੋਈ ਸਤਿਕਾਰ ਨਹੀਂ ਦੇਵੇਗਾ, ਆਪਣਾ ਰਿਸ਼ਤੇਦਾਰ ਵੀ ਨਹੀਂ ਕਹੇਗਾ ਵੀ ਬਹਿ ਜਾ। ਜੇ ਤੁਹਾਡੇ ਕੋਲ ਮਾਇਆ ਦੇ ਚਾਲ ਛਿੱਲੜ ਨੇ, ਤੁਹਾਡੇ ਮਗਰ ਮਗਰ ਦੌੜੇ ਫਿਰਨਗੇ, ਦੇਣਾ ਭਾਵੇਂ ਕੁਝ ਨਾ ਹੋਵੇ। ਮਹਾਰਾਜ ਕਹਿਣ ਲੱਗੇ ਆਦਰੋ, ਭਾਵੇਂ ਕੋਈ ਚੰਗਾ ਸਤਿਕਾਰ ਵੀ ਨਾ ਦਿੰਦਾ ਹੋਵੇ। ਉਦਿਆਨ ਪਰਮਿਨਾ ਜੰਗਲ ਵਿੱਚ ਰਹਿਣਾ ਪਵੇ। ਹੁਣ ਮੰਨ ਲਓ ਜੇ ਪਿੰਡ ਵਿੱਚ ਕੋਈ ਬੁਲਾਵੇ ਹੀ ਨਾ, ਕੋਈ ਮਿਲੇ ਵਰਤੇ ਹੀ ਨਾ, ਪਿੰਡ ਦੇ ਲੋਕ ਨਫ਼ਰਤ ਕਰਨ ਤੇ ਫਿਰ ਬੰਦਾ ਬਾਹਰ ਹੀ ਜਾਏਗਾ ਨਾ। ਸਤਿਗੁਰੂ ਕਹਿਣ ਲੱਗੇ ਭਾਵੇਂ ਜੰਗਲ ਵਿੱਚ ਜਾ ਕੇ ਬੀਆਬਾਨ ਦੇ ਵਿੱਚ ਭਾਵੇਂ ਰਹਿਣਾ ਪੈਣਾ ਕਰੇ। ਮਿੱਤਰ ਨਾ ਇਠ ਧਨ ਰੂਪਹੀਨ। ਕੋਈ ਮਿੱਤਰ ਹੋਵੇ, ਗੁਰਮੁਖੋ ਗਰੀਬ ਦਾ ਮਿੱਤਰ ਕੌਣ ਹੁੰਦਾ? ਕੋਈ ਨਹੀਂ ਹੈ। ਪਤਾ ਵੀ ਇਹਨੇ ਮੰਗਣਾ ਹੀ ਹੈ ਜਦੋਂ ਮੰਗਣਾ। ਮਿੱਤਰ ਪਿਆਰਾ ਕੋਈ ਨਾ ਹੋਵੇ। ਮਿੱਤਰ ਨਾ ਇਠ, ਇਠ ਤੋਂ ਭਾਵ ਹੁੰਦਾ ਪਿਆਰਾ ਮਿੱਤਰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਗੂੜਾ ਯਾਰ। ਕਹਿਣ ਲੱਗੇ ਗੂੜਾ ਯਾਰ ਮਿੱਤਰ ਵੀ ਨਾ ਹੋਵੇ, ਤੇ ਨਾ ਹੀ ਹੋਵੇ ਕੋਲ ਧਨ, ਤੇ ਨਾ ਹੀ ਸੋਹਣਾ ਰੂਪ ਹੋਵੇ। ਰੂਪ ਬਣ ਜਾਂਦਾ ਨਾ ਹਾਰ ਸ਼ਿੰਗਾਰ ਕਰਕੇ, ਨੈਣ ਨਕਸ਼ ਹੋਣ ਤੇ ਹਾਰ ਸ਼ਿੰਗਾਰ ਤੇ ਸੋਹਣਾ ਲੱਗਣ ਲੱਗ ਪਿਆ। ਨੈਣ ਨਕਸ਼ ਵੀ ਭੈੜੇ ਹੀ ਹੋਣ ਤੇ ਹਾਰ ਸ਼ਿੰਗਾਰ ਵਾਸਤੇ ਕੋਲ ਕੁਝ ਨਾ ਹੋਵੇ, ਰੂਪ ਤੋਂ ਹੀਣਾ ਹੀ ਹੋਵੇ, ਕਰੂਪ ਹੀ ਹੋਵੇ, ਵੇਖਣਾ ਵੀ ਚੰਗਾ ਨਾ ਲੱਗੇ, ਭਾਵੇਂ ਇਸ ਤਰ੍ਹਾਂ ਦਾ ਵੀ ਸਰੀਰ ਮਿਲ ਜਾਣਾ ਕਰੇ। ਕਿਛ ਸਾਕ ਨਾ ਛਿੰਨਾ। ਕੋਈ ਸਾਕ ਸੰਬੰਧੀ ਹੋਵੇ, ਮਾਮਾ ਚਾਚਾ ਤਾਇਆ ਨਾਨਾ ਫੁੱਫੜ ਕੋਈ ਵੀ ਨਾ ਹੋਵੇ, ਸਾਰੀਆਂ ਰਿਸ਼ਤੇਦਾਰੀਆਂ ਟੁੱਟ ਜਾਣ, ਪਰੇ ਹੋ ਜਾਣ, ਭਾਵੇਂ ਐਸੀ ਹਾਲਤ ਬਣ ਜਾਣਾ ਕਰੇ। ਰਾਜਾ ਸਗਲੀ ਸ੍ਰਿਸ਼ਟ ਕਾ। ਰਾਜ ਕਹਿਣ ਲੱਗੇ ਉਹ ਰਾਜਾ ਹੈ ਪੂਰੀ ਦੁਨੀਆ ਦਾ। ਕੌਣ ਰਾਜਾ ਹੈ? ਬਖਸ਼ਿਸ਼ ਕਰਦੇ ਹਨ। ਹਰ ਨਾਮ ਮਨ ਪਿੰਨਾ। ਮਨ ਦੇ ਵਿੱਚ ਪਰਮਾਤਮਾ ਦਾ ਨਾਮ ਹੈ। ਜਿਹਨੇ ਨਾਮ ਜਪਿਆ ਨਾ, ਉਹ ਭਾਵੇਂ ਟੁੱਟੀ ਛਪਰੀ ਵਿੱਚ ਰਹਿੰਦਾ ਤਾਂ ਵੀ ਰਾਜਾ ਹੈ, ਤੇ ਭਾਵੇਂ ਉਹਦੇ ਕੱਪੜੇ ਪਾਟੇ ਨੇ ਪਰ ਅੰਦਰ ਨਾਮ ਹੈ ਤਾਂ ਵੀ ਉਹ ਰਾਜਾ ਹੈ। ਉਹਦੀ ਭਾਵੇਂ ਜਾਤੀ ਵੀ ਨੀਵੀਂ ਹੋਵੇ ਪਰ ਅੰਦਰ ਨਾਮ ਹੈ ਤਾਂ ਵੀ ਉਹ ਰਾਜਾ ਹੈ। ਤੇ ਭਾਵੇਂ ਉਹ ਜੰਗਲ ਵਿੱਚ ਰਹਿੰਦਾ ਹੈ ਤੇ ਭਾਵੇਂ ਉਹਨੂੰ ਸਤਿਕਾਰ ਕੋਈ ਨਾ ਦਿੰਦਾ ਹੋਵੇ, ਜੇ ਅੰਦਰ ਨਾਮ ਹੈ ਤੇ ਉਹ ਰਾਜਾ ਹੀ ਰਾਜਾ ਹੈ। ਉਹ ਰਾਜਾ ਸਗਲੀ ਸ੍ਰਿਸ਼ਟ ਕਾ। ਰਾਜਾ ਵੀ ਇਹ ਨਹੀਂ ਵੀ ਇੱਕ ਰਿਆਸਤ ਦਾ ਜਾਂ ਇੱਕ ਦੇਸ਼ ਦਾ, ਉਹ ਰਾਜਾ ਏਡਾ ਵੱਡਾ ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਸਾਰੀ ਧਰਤੀ ਦੇ ਰਾਜ ਕਰਨ ਵਾਲਾ, ਜਿਹਦੇ ਅੰਦਰ ਨਾਮ ਵਸਿਆ। ਭਾਵੇਂ ਉਹਦਾ ਚੰਗਾ ਮਿੱਤਰ ਨਾ ਹੋਵੇ, ਭਾਵੇਂ ਉਹਦੇ ਕੋਲ ਧਨ ਵੀ ਨਾ ਹੋਵੇ, ਭਾਵੇਂ ਉਹਦੇ ਕੋਲ ਸੋਹਣਾ ਰੂਪ ਵੀ ਨਾ ਹੋਵੇ, ਭਾਵੇਂ ਉਹਦੇ ਕੋਲ ਸਾਕ ਸੰਬੰਧੀ ਵੀ ਨਾ ਹੋਣ, ਇਹ ਸਾਰਾ ਕੁਝ ਦੁਨੀਆ ਦਾ ਵਸਤੂਆਂ, ਪਦਾਰਥ, ਰਿਸ਼ਤੇਦਾਰੀਆਂ, ਮਾਦਰ, ਸਤਿਕਾਰ, ਮਾਣ ਭਾਵੇਂ ਕੁਝ ਵੀ ਨਾ ਹੋਵੇ, ਪਰ ਜੇ ਪਰਮਾਤਮਾ ਦਾ ਨਾਮ ਕੋਲ ਹੈ ਨਾ, ਤੇ ਪਾਤਸ਼ਾਹ ਕਹਿਣ ਲੱਗੇ ਉਹ ਸ੍ਰਿਸ਼ਟੀ ਦਾ ਰਾਜਾ ਹੈ। ਰਾਜਿਆਂ ਨਾਲੋਂ ਵੀ ਵੱਡਾ ਸੁੱਖ ਉਸ ਨੂੰ ਪ੍ਰਾਪਤ ਹੈ। ਤਿਸ ਕੀ ਧੂੜ ਮਨ ਉਦਰਾ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਗਰੀਬ ਦੀ ਚਰਨਾਂ ਦੀ ਧੂੜੀ ਦੇ ਨਾਲ ਇਸ ਜੀਵ ਦਾ ਉਧਾਰ ਹੋ ਜਾਂਦਾ। ਚੰਗੇ ਕੱਪੜਿਆਂ ਵਾਲੇ ਨੇ ਉਧਾਰ ਨਹੀਂ ਕਰਨਾ, ਮੁਕਤੀ ਨਹੀਂ ਦੇਣੀ ਹੈ। ਅੱਜ ਕੱਲ੍ਹ ਦਾ ਜਿਹੜਾ ਸਾਧ ਟੋਲਾ ਹੈ ਨਾ, ਬੜੇ ਬੜੇ ਮਹਿੰਗੇ ਚੋਲੇ, ਮਹਿੰਗੀਆਂ ਗੱਡੀਆਂ, ਮਹਿੰਗਾ ਖਾਣਾ ਪੀਣਾ, ਮਹਿੰਗਾ ਰਹਿਣਾ, ਅਸੀਂ ਉਹਨਾਂ ਦੀ ਬਾਹਰ ਦੀ ਬਨੌਟ ਵੇਖ ਕੇ ਬੜਾ ਭਿੱਜਦੇ ਹਾਂ, ਬੜਾ ਮਗਰ ਦੌੜਦੇ ਹਾਂ ਵੀ ਇਹ ਪੂਰਾ ਸਾਧੂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਨਹੀਂ, ਭਾਵੇਂ ਉਹ ਟੁੱਟੀ ਛੰਨ ਵਿੱਚ ਰਹਿੰਦਾ ਹੈ, ਭਾਵੇਂ ਉਹਦੇ ਕੱਪੜੇ ਵੀ ਪਾਟੇ ਨੇ, ਭਾਵੇਂ ਉਹਦਾ ਮਾਣ ਸਨਮਾਨ ਕੋਈ ਵੀ ਨਹੀਂ, ਉਹਦਾ ਚੰਗਾ ਰੂਪ ਰੰਗ ਵੀ ਨਹੀਂ ਹੈ, ਜੇ ਉਹਦੇ ਅੰਦਰ ਨਾਮ ਹੈ, ਉਹਦੀ ਚਰਨਾਂ ਦੀ ਧੂੜੀ ਦੇ ਨਾਲ ਤੇਰਾ ਭਲਾ ਹੋ ਜਾਏਗਾ। ਤੇ ਦੂਜੇ ਪਾਸੇ ਮਹਿੰਗੀ ਗੱਡੀ ਵਿੱਚ ਰਹਿਣ ਵਾਲਾ, ਮਹਿੰਗਾ ਖਾਣਾ ਪੀਣਾ ਤੇ ਪਾਉਣ ਹੰਡਾਉਣ ਵਾਲਾ, ਉਹਦੇ ਨਾਲ ਰਿਆਂ ਵੀ ਤੈਨੂੰ ਕੁਝ ਨਹੀਂ ਮਿਲਣਾ ਹੈ। ਤਿਸ ਕੀ ਧੂੜ ਮਨ ਉਧਰੈ। ਐਸੇ ਗੁਰਸਿੱਖ ਦੇ ਚਰਨਾਂ ਦੀ ਧੂੜ ਲੈ ਕੇ ਇਹ ਜੀਵ ਉਧਰ ਜਾਂਦਾ, ਸੰਸਾਰ ਤੋਂ ਤਰ ਜਾਂਦਾ ਹੈ। ਪ੍ਰਭ ਹੋਏ ਸੋ ਪ੍ਰਸੰਨਾ। ਪਰਮਾਤਮਾ ਵੀ ਉਹਦੇ ਤੇ ਹੀ ਪ੍ਰਸੰਨ ਹੁੰਦਾ ਹੈ। ਪਰਮਾਤਮਾ ਵੀ ਇਹ ਨਹੀਂ ਵੇਖਦਾ ਵੀ ਇਹਨੇ ਕੱਪੜੇ ਪਾਟੇ ਪਾਏ ਨੇ, ਇਹ ਭੁੱਖਾ ਹੈ, ਇਹਦੇ ਕੋਲ ਚੰਗਾ ਮੰਜਾ ਨਹੀਂ, ਇਹਦੇ ਕੋਲ ਚੰਗਾ ਘਰ ਨਹੀਂ, ਇਹਦੇ ਕੋਲ ਕੋਈ ਰਿਸ਼ਤੇਦਾਰੀ ਜਾਂ ਭੈਣ ਭਰਾ ਨਹੀਂ। ਪਰਮਾਤਮਾ ਵੀ ਇਹ ਨਹੀਂ ਵੇਖਦਾ, ਉਹ ਵੀ ਅੰਦਰਲੀ ਬੰਦਗੀ ਵੇਖ ਕੇ
ਉਤੇ ਪ੍ਰਸੰਨ ਹੋ ਜਾਂਦਾ ਹੈ, ਉਤੇ ਖੁਸ਼ ਹੋ ਜਾਂਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਹੇਮਾ ਜੀ ਦੇ ਉੱਪਰ ਖੁਸ਼ ਹੋ ਕੇ ਉਹਦੀ ਕੁਟੀਆ ਦੇ ਬਾਰ-ਬਾਰ ਜਾ ਬੈਠੇ। ਨਾਲੇ ਮਹਾਰਾਜ ਨੇ ਖੂਲ ਉੱਥੇ ਪਾਣੀ ਦਾ ਸੋਮਾ ਮਹਾਰਾਜ ਨੇ ਪ੍ਰਗਟ ਕੀਤਾ, ਨਾਲੇ ਵਰ ਬਖਸ਼ਿਆ ਜਿਹੜਾ ਇਸ਼ਨਾਨ ਕਰੇਗਾ ਉਹਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਔਰ ਗੁਰਮੁਖੋ ਇਸੇ ਜਗ੍ਹਾ ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਚਰਨ ਪਾਏ। ਮਹਾਰਾਜ ਨੇ ਸੋਹਣਾ ਖੂਹ ਲਵਾਇਆ। ਅੱਜ ਵੀ ਉਹ ਸਥਾਨ ਹੈ। ਬਹੁਤੇ ਲੋਕ ਉਸ ਨੂੰ ਖਾਨ ਛਾਪਰੀ ਦੇ ਨਾਮ ਦੇ ਨਾਲ ਜਾਣਦੇ, ਪਰ ਖਾਨ ਪਿੰਡ ਵੱਖਰਾ ਤੇ ਛਾਪਰੀ ਸਾਹਿਬ ਵੱਖਰਾ। ਖਾਨ ਪਿੰਡ ਮਹਾਰਾਜ ਦੀ ਸੇਵਾ ਨਾ ਕਰਨ ਕਰਕੇ ਉਜੜਨਾ ਸ਼ੁਰੂ ਹੋ ਗਿਆ। ਅੱਜ ਉਹ ਪਿੰਡ ਛੋਟਾ ਜਿਹਾ ਹੀ ਹੈ, ਅੱਜ ਵੀ ਹੈ। ਤੇ ਛਾਪਰੀ ਜਿੱਥੇ ਮਹਾਰਾਜ ਨੇ ਚਰਨ ਪਾਏ, ਭਾਈ ਹੇਮਾ ਜੀਆਂ ਨੇ ਸੇਵਾ ਕੀਤੀ, ਅੱਜ ਉਹ ਪਿੰਡ ਬੜਾ ਵੱਡਾ ਘੁੱਗ ਵਸਿਆ ਹੋਇਆ ਤੇ ਗੁਰੂ ਦੀ ਨਿਸ਼ਾਨੀ ਯਾਦਗਾਰ ਗੁਰੂ ਘਰ ਵੀ ਬਣਿਆ ਹੋਇਆ। ਸਰਹਾਲੀ ਦੇ ਨੇੜੇ ਇਹ ਸਥਾਨ ਹੈ। ਇਸ ਨੂੰ ਖਾਨ ਛਾਪਰੀ ਦੇ ਨਾਮ ਦੇ ਨਾਲ ਅੱਜ ਵੀ ਸਿੱਖ ਸੰਗਤਾਂ ਯਾਦ ਕਰਦੀਆਂ, ਪਰ ਹੈ ਦੋਨੇ ਵੱਖੋ ਵੱਖਰੇ ਪਿੰਡ ਨੇ। ਸਤਿਗੁਰੂ ਕਿਰਪਾ ਕਰੇ, ਉਪਦੇਸ਼ ਹਿਰਦੇ ਵਸੇ ਸਾਡਾ ਭਲਾ ਹੋਵੇ। ਭੁੱਲਾਂ ਦੀ ਮੁਆਫੀ ਬਚਨ ਗੁਰੂ ਕੇ ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸੇ ਮੇਲ। ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਦਰਾ ਪ੍ਰਭ ਹੋਏ ਸੋ ਪ੍ਰਸੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਨੌਵੇਂ ਪਾਤਸ਼ਾਹ